ਸਾਡੀ ਜੁਆਇੰਟ ਫੈਮਿਲੀ ਸੀ। ਮੇਰੇ ਚਾਚਾ ਚਾਚੀ ਜੀ ਤੇ ਉਹਨਾਂ ਦਾ ਬੇਟਾ, ਨੂੰਹ ਤੇ ਕੁੜੀ, ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਸਾਰੇ ਮਿਲ ਕੇ ਪਿਆਰ ਨਾਲ ਰਹਿੰਦੇ ਸੀ। ਮੈਂ ਆਪਣੇ ਕਮਰੇ ਵਿੱਚ ਬੈਠੀ ਪੇਪਰਾਂ ਦੀ ਤਿਆਰੀ ਕਰ ਰਹੀ ਸੀ। ਅਚਾਨਕ ਦਰਵਾਜ਼ਾ ਖੜਕਣ ਦੀ ਆਵਾਜ਼ ਬੜੀ ਤੇਜ਼ੀ ਨਾਲ ਆਈ। ਮੈਂ ਬਾਹਰ ਜਾ ਕੇ ਵੇਖਿਆ ਤੇ ਮੇਰੀ ਭਾਬੀ ਰੋਂਦੀ ਹੋਈ ਅੰਦਰ ਆਈ ਅਤੇ ਆਪਣੇ ਕਮਰੇ ਵਿੱਚ ਜਾ ਕੇ ਕੁੰਡੀ ਲਾ ਲਈ। ਮੇਰੀ ਚਾਚੀ ਪਿੱਛੇ ਪਿੱਛੇ ਆਈ ਤੇ ਮੈਂ ਪੁੱਛਿਆ, ਭਾਬੀ ਨੂੰ ਕੀ ਹੋਇਆ ਹੈ? ਤਾਂ ਮੈਨੂੰ ਮਾਂ ਨੇ ਕਿਹਾ ਕਿ ਤੂੰ ਆਪਣੀ ਪੜ੍ਹਾਈ ਕਰ, ਹਰ ਮਾਮਲੇ ਵਿੱਚ ਦਖਲ ਨਾ ਦਿਆ ਕਰ। ਮਾਂ ਦੀ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਮਾਂ ਇੱਦਾਂ ਕਿਉਂ ਕਹਿ ਰਹੀ ਹੈ। ਭਾਬੀ ਤਾਂ ਬਹੁਤ ਚੰਗੀ ਹੈ, ਕਿਸੇ ਨੂੰ ਕੁਝ ਨਹੀਂ ਕਹਿੰਦੀ, ਸਭ ਦਾ ਧਿਆਨ ਰੱਖਦੀ ਹੈ। ਮੈਂ ਆਪਣੇ ਕਮਰੇ ਵਿੱਚ ਆ ਕੇ ਪੜ੍ਹਨ ਲੱਗੀ, ਪਰ ਮੇਰਾ ਦਿਲ ਉਦਾਸ ਹੋ ਗਿਆ। ਉਸ ਦਿਨ ਭਾਬੀ ਨੇ ਰੋਟੀ ਵੀ ਨਹੀਂ ਬਣਾਈ ਸੀ। ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਜਦੋਂ ਦੀ ਭਾਬੀ ਆਈ ਸੀ ਉਹ ਰਸੋਈ ਦਾ ਸਾਰਾ ਕੰਮ ਆਪ ਹੀ ਕਰਦੀ ਸੀ, ਕਿਸੇ ਹੋਰ ਨੂੰ ਕੋਈ ਕੰਮ ਨਾ ਕਰਨ ਦਿੰਦੀ। ਮੇਰਾ ਭਰਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਹ ਹਫ਼ਤੇ ਬਾਅਦ ਘਰ ਆਉਂਦਾ ਸੀ। ਜਦੋਂ ਮੇਰਾ ਭਰਾ ਆਉਂਦਾ, ਭਾਬੀ ਹਮੇਸ਼ਾ ਵੀਰ ਦੀ ਪਸੰਦ ਦਾ ਖਾਣਾ ਬਣਾਉਂਦੀ ਸੀ ਅਤੇ ਫਿਰ ਤਿਆਰ ਹੋ ਕੇ ਵੇਟ ਕਰਦੀ ਸੀ। ਪਰ ਅੱਜ ਭਾਬੀ ਨੇ ਅਜਿਹਾ ਕੁਝ ਨਾ ਕੀਤਾ। ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ। ਜਦੋਂ ਮੇਰਾ ਭਰਾ ਘਰ ਆਇਆ ਤਾਂ ਉਸਨੇ ਭਾਬੀ ਬਾਰੇ ਪੁੱਛਿਆ ਤਾਂ ਮਾਂ ਨੇ ਕਿਹਾ, ਸਿਹਤ ਠੀਕ ਨਹੀਂ ਹੈ। ਮੈਂ ਚੁੱਪਚਾਪ ਸਭ ਦੇਖ ਰਹੀ ਸੀ। ਮੇਰੇ ਭਰਾ ਨੇ ਦਰਵਾਜ਼ਾ ਖੜਕਾਇਆ ਤਾਂ ਭਾਬੀ ਨੇ ਦਰਵਾਜ਼ਾ ਨਾ ਖੋਲ੍ਹਿਆ। ਮੇਰੇ ਭਰਾ ਨੇ ਦੂਜੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਭਾਬੀ ਸੌਂ ਰਹੀ ਸੀ। ਮੇਰੇ ਭਰਾ ਨੇ ਦਰਵਾਜ਼ਾ ਅੰਦਰ ਲਾ ਲਿਆ। ਮੈਂ ਮਾਂ ਨੂੰ ਪਾਣੀ ਦੇਣ ਲਈ ਗਈ ਤਾਂ ਦੇਖਿਆ ਕਿ ਮੇਰਾ ਭਰਾ ਗੁੱਸੇ ਵਿੱਚ ਮਾਂ ਦੇ ਕਮਰੇ ਵਿੱਚ ਗਿਆ ਅਤੇ ਮੈਨੂੰ ਕਿਹਾ, ਤੂੰ ਆਪਣੇ ਕਮਰੇ ਵਿੱਚ ਜਾ, ਮੈਂ ਮਾਂ ਨਾਲ ਕੁਝ ਗੱਲ ਕਰਨੀ ਹੈ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਪਰ ਮੈਨੂੰ ਇਹ ਗੱਲ ਪਤਾ ਕਰਨੀ ਸੀ ਕਿ ਭਾਬੀ ਕਿਉਂ ਰੋ ਰਹੀ ਸੀ। ਮੈਂ ਦਰਵਾਜ਼ੇ ਦੇ ਬਾਹਰ ਆ ਕੇ ਖੜੀ ਹੋ ਗਈ ਅਤੇ ਸੁਣਿਆ। ਮੇਰਾ ਭਰਾ ਕਹਿ ਰਿਹਾ ਸੀ ਕਿ ਮਾਂ, ਰੱਬ ਦਾ ਵਾਸਤਾ ਮੇਰੀ ਘਰਵਾਲੀ ਨੂੰ ਕਿਸੇ ਬਾਬੇ ਕੋਲ ਨਾ ਲੈ ਕੇ ਜਾਓ। ਜੇਕਰ ਰੱਬ ਨੂੰ ਮਨਜ਼ੂਰ ਹੋਇਆ ਤਾਂ ਸਾਨੂੰ ਉਸਨੇ ਆਪੇ ਬੱਚਾ ਹੋ ਜਾਣਾ। ਪਰ ਉਸ ਨੂੰ ਇੱਦਾਂ ਕਿਸੇ ਕੋਲ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਸੀਂ ਉਸਨੂੰ ਹੁਣ ਕਿਸੇ ਕੋਲ ਲੈ ਕੇ ਗਏ ਤਾਂ ਮੈਂ ਘਰ ਛੱਡ ਦੇਣਾ। ਚਾਚੀ ਜੀ ਦਾ ਰੋ ਰੋ ਬੁਰਾ ਹਾਲ ਹੋ ਗਿਆ ਤੇ ਫਿਰ ਮੇਰਾ ਭਰਾ ਨਰਮ ਪੈ ਗਿਆ ਕਿ ਠੀਕ ਹੈ, ਕਿਤੇ ਨਹੀਂ ਜਾਂਦਾ ਮੈਂ। ਮੇਰੇ ਭਰਾ ਨੇ ਮਾਂ ਤੋਂ ਵਾਅਦਾ ਲਿੱਤਾ ਕਿ ਤੁਸੀਂ ਅੱਗੇ ਤੋਂ ਅਜਿਹਾ ਕੁਝ ਨਹੀਂ ਕਰੋਗੇ। ਮਾਂ ਨੇ ਹਾਮੀ ਭਰ ਦਿੱਤੀ। ਫਿਰ ਮੇਰਾ ਭਰਾ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਂ ਵੀ ਆਪਣੇ ਕਮਰੇ ਵਿੱਚ ਆ ਗਈ। ਪਰ ਮੇਰੇ ਦਿਮਾਗ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਕਿ ਆਖਿਰ ਮਾਂ ਭਾਬੀ ਨਾਲ ਅਜਿਹਾ ਕੀ ਕਰਦੀ ਹੈ ਜੋ ਭਾਬੀ ਤੇ ਵੀਰ ਨੂੰ ਪਸੰਦ ਨਹੀਂ ਆਇਆ। ਮੈਂ ਇਹੀ ਸੋਚ ਰਹੀ ਸੀ ਕਿ ਮਾਂ ਭਾਬੀ ਤੋਂ ਅਜਿਹਾ ਕੀ ਕੰਮ ਕਰਵਾਉਂਦੀ ਹੈ, ਕਿਤੇ ਕੋਈ ਗਲਤ ਕੰਮ ਤਾਂ ਨਹੀਂ ਕਰਵਾਉਂਦੀ। ਫਿਰ ਮੈਂ ਸੋਚਿਆ, ਇੱਦਾਂ ਨਹੀਂ ਹੋ ਸਕਦਾ। ਮੇਰਾ ਭਰਾ ਆਪਣੇ ਕੰਮ 'ਤੇ ਵਾਪਸ ਚਲਾ ਗਿਆ। ਹੁਣ ਮਾਂ ਭਾਬੀ ਨੂੰ ਲੈ ਕੇ ਕਿਤੇ ਵੀ ਨਹੀਂ ਜਾਂਦੀ ਸੀ। ਭਾਬੀ ਵੀ ਬਹੁਤ ਖੁਸ਼ ਸੀ ਤੇ ਉਹ ਸਾਰਾ ਕੰਮ ਪਹਿਲਾਂ ਵਾਂਗ ਕਰਨ ਲੱਗੀ। ਮੇਰੇ ਨਾਲ ਵੀ ਭਾਬੀ ਵਧੀਆ ਸਮਾਂ ਗੁਜ਼ਾਰਦੀ। ਪਰ ਜੇ ਮੈਂ ਉਸ ਦਿਨ ਬਾਰੇ ਪੁੱਛਦੀ ਤਾਂ ਗੱਲ ਟਾਲ ਦਿੰਦੀ। ਮੈਨੂੰ ਬੜੀ ਹੈਰਾਨੀ ਹੁੰਦੀ ਤੇ ਦੂਜੇ ਪਾਸੇ ਮਾਂ ਪਤਾ ਨਹੀਂ ਭਾਬੀ ਦੇ ਕਮਰੇ ਵਿੱਚ ਜਾ ਕੇ ਉਸਨੂੰ ਕੀ ਕਹਿੰਦੀ ਰਹਿੰਦੀ ਤੇ ਜੇ ਕਦੀ ਮੈਂ ਉੱਪਰ ਚਲੀ ਜਾਂਦੀ ਤਾਂ ਮੈਨੂੰ ਬਾਹਰ ਜਾਣ ਲਈ ਕਹਿੰਦੀ। ਪਤਾ ਨਹੀਂ ਦੋਨਾਂ ਵਿੱਚ ਕੀ ਚੱਲਦਾ ਸੀ, ਜੋ ਕਿ ਕੁਝ ਤਾਂ ਸੀ। ਮੈਨੂੰ ਬਹੁਤ ਚਿੰਤਾ ਰਹਿੰਦੀ ਤੇ ਮੇਰਾ ਧਿਆਨ ਸਾਰਾ ਦਿਨ ਇਸ ਗੱਲ ਵਿੱਚ ਹੀ ਰਹਿੰਦਾ। ਮੈਨੂੰ ਕੁਝ ਸਵਾਲਾਂ ਦੇ ਜਵਾਬ ਚਾਹੀਦੇ ਸੀ, ਪਰ ਮੈਂ ਹੁਣ ਚੁੱਪ ਰਹਿ ਕੇ ਸਹੀ ਵਕਤ ਦਾ ਇੰਤਜ਼ਾਰ ਕਰਨ ਲੱਗੀ। ਭਾਬੀ ਵੀ ਹੁਣ ਮੇਰੇ ਕੋਲ ਨਹੀਂ ਸੀ ਆਉਂਦੀ, ਕਿਉਂਕਿ ਜਦੋਂ ਮੇਰੇ ਕੋਲ ਭਾਬੀ ਆਉਂਦੇ ਤਾਂ ਮੈਂ ਉਹਨਾਂ ਤੋਂ ਉਹੀ ਸਵਾਲ ਕਰਦੀ ਤੇ ਮਾਂ ਸਾਰਾ ਦਿਨ ਬਹੁਤ ਗੁੱਸੇ ਵਿੱਚ ਰਹਿੰਦੀ ਸੀ, ਜਿੱਦਾਂ ਕੋਈ ਖਾਸ ਮਕਸਦ ਨਾ ਪੂਰਾ ਹੋਇਆ ਹੋਵੇ। ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਤੁਸੀਂ ਇਸ ਵਾਰ ਜਲਦੀ ਆਉਣਾ, ਪਰ ਮੈਨੂੰ ਮੇਰੇ ਭਰਾ ਨੇ ਕਿਹਾ ਕਿ ਇਸ ਵਾਰੀ ਮੈਨੂੰ ਦਫ਼ਤਰ ਤੋਂ ਛੁੱਟੀ ਨਹੀਂ ਮਿਲਣੀ, ਮੈਂ ਜਲਦੀ ਆ ਜਾਵਾਂਗਾ, ਫਿਰ ਆਪਾਂ ਗੱਲ ਕਰਾਂਗੇ। ਇੱਕ ਦਿਨ ਮੇਰੀ ਮਾਂ ਦੀ ਸਹੇਲੀ ਮਿਠਾਈ ਲੈ ਕੇ ਆਈ ਤੇ ਮਾਂ ਨਾਲ ਅਜੀਬ ਹੀ ਗੱਲਾਂ ਕਰ ਰਹੀ ਸੀ। ਇੰਨੇ ਨੂੰ ਭਾਬੀ ਚਾਹ ਤੇ ਨਾਸ਼ਤਾ ਲੈ ਕੇ ਆਈ। ਜਦੋਂ ਭਾਬੀ ਜਾਣ ਲੱਗੀ ਤਾਂ ਆਂਟੀ ਨੇ ਭਾਬੀ ਦਾ ਹੱਥ ਫੜ ਲਿਆ ਤੇ ਕਹਿਣ ਲੱਗੀ, ਥੋੜ੍ਹੀ ਦੇਰ ਸਾਡੇ ਕੋਲ ਵੀ ਬਹਿ ਜਾ। ਭਾਬੀ ਬੈਠ ਗਏ। ਫਿਰ ਆਂਟੀ ਬੋਲੀ ਕਿ ਮੇਰੇ ਪੁੱਤ ਦੇ ਵਿਆਹ ਨੂੰ 1 ਸਾਲ ਹੋਇਆ ਤੇ ਮੇਰੀ ਨੂੰਹ ਨੇ ਕਿੰਨਾ ਸੋਹਣਾ ਪੋਤਾ ਦਿੱਤਾ ਸਾਨੂੰ। ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ। ਉਹਨਾਂ ਦੀ ਗੱਲਾਂ ਤੋਂ ਲੱਗਦਾ ਸੀ ਕਿ ਜਿਵੇਂ ਉਹ ਭਾਬੀ ਨੂੰ ਨੀਚਾ ਦਿਖਾ ਰਹੀ ਹੋਵੇ। ਉਹ ਭਾਬੀ ਨੂੰ ਕਹਿਣ ਲੱਗੀ, ਤੂੰ ਤਾਂ ਬਹੁਤ ਸੋਹਣੀ ਹੈ, 2 ਸਾਲ ਹੋ ਗਏ ਤੇਰੇ ਵਿਆਹ ਨੂੰ, ਬੱਚਾ ਨਹੀਂ ਹੋਇਆ, ਕਿਤੇ ਤੂੰ ਬਾਂਝ ਤਾਂ ਨਹੀਂ? ਇਹ ਸੁਣ ਕੇ ਭਾਬੀ ਰੋਣ ਲੱਗੀ ਤੇ ਕਿਹਾ ਕਿ ਜਦੋਂ ਰੱਬ ਦੀ ਮਰਜ਼ੀ ਹੋਊ ਤਾਂ ਬੱਚਾ ਹੋ ਜਾਊ। ਭਾਬੀ ਆਪਣੇ ਕਮਰੇ ਵਿੱਚ ਚਲੀ ਗਈ। ਆਂਟੀ ਵੀ ਆਪਣੇ ਘਰ ਚਲੀ ਗਈ। ਥੋੜ੍ਹੀ ਦੇਰ ਬਾਅਦ ਭਾਬੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਮਾਂ ਨੂੰ ਕਹਿਣ ਲੱਗੀ ਕਿ ਮੈਂ ਤਿਆਰ ਹਾਂ, ਤੁਸੀਂ ਕਿਸ ਬਾਬੇ ਕੋਲ ਜਾਣਾ ਚਾਹੁੰਦੇ ਹੋ? ਇਹ ਗੱਲ ਸੁਣ ਕੇ ਮਾਂ ਨੇ ਕਿਹਾ ਕਿ ਤੂੰ ਇਹ ਫੈਸਲਾ ਬਿਲਕੁਲ ਸਹੀ ਲਿੱਤਾ ਹੈ।
ਭਾਬੀ ਨੇ ਕਿਹਾ ਕਿ ਮਾਂ ਜੀ, ਇਹ ਗੱਲ ਤੁਹਾਡੇ ਪੁੱਤ ਨੂੰ ਨਾ ਪਤਾ ਲੱਗੇ। ਮਾਂ ਨੇ ਕਿਹਾ, ਬਿਲਕੁਲ ਨਹੀਂ ਪਤਾ ਲੱਗਣੀ। ਭਾਬੀ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਮਾਂ ਬੁੱਲ੍ਹਾਂ ਵਿੱਚ ਹੱਸਦੀ ਆਪਣੇ ਕਮਰੇ ਵਿੱਚ ਗਈ ਅਤੇ ਆਪਣੀ ਸਹੇਲੀ ਨੂੰ ਫ਼ੋਨ ਕਰਕੇ ਕਹਿਣ ਲੱਗੀ, ਤੇਰਾ ਨਾਟਕ ਕੰਮ ਕਰ ਗਿਆ। ਮੇਰੀ ਨੂੰਹ ਮੰਨ ਗਈ। ਮੈਨੂੰ ਤਾਂ ਸੱਚ ਨਹੀਂ ਆਉਂਦਾ ਕਿ ਉਹ ਮੰਨ ਗਈ। ਮੈਨੂੰ ਮਾਂ ਦੇ ਉੱਤੇ ਬਹੁਤ ਗੁੱਸਾ ਆ ਰਿਹਾ ਸੀ। ਜਦੋਂ ਮਾਂ ਕਮਰੇ ਵਿੱਚੋਂ ਬਾਹਰ ਆਉਣ ਲੱਗੀ, ਮਾਂ ਫ਼ੋਨ ਰੱਖ ਕੇ ਭਾਬੀ ਦੇ ਕਮਰੇ ਵਿੱਚ ਗਈ ਤੇ ਕਹਿਣ ਲੱਗੀ, ਕੱਲ੍ਹ ਸਵੇਰੇ 11 ਵਜੇ ਆਪਾਂ ਬਾਬੇ ਕੋਲ ਚੱਲਾਂਗੇ। ਰਾਤ ਦੀ ਰੋਟੀ ਖਾ ਕੇ ਉਹ ਦੋਨੋਂ ਸੌਂ ਗਏ। ਪਰ ਮੈਂ ਨਾ ਰੋਟੀ ਖਾਈ ਤੇ ਨਾ ਹੀ ਮੈਨੂੰ ਨੀਂਦ ਆ ਰਹੀ ਸੀ। ਬਸ ਚਿੰਤਾ ਸੀ ਕਿ ਪਤਾ ਨਹੀਂ ਮਾਂ ਭਾਬੀ ਨਾਲ ਕੀ ਕਰੇਗੀ। ਸੋਚਦੇ ਸੋਚਦੇ ਪਤਾ ਨਹੀਂ ਕਦੋਂ ਨੀਂਦ ਆ ਗਈ ਤੇ ਮੇਰੀ ਅੱਖ ਸਵੇਰੇ ਦੇਰ ਨਾਲ ਖੁੱਲ੍ਹੀ ਤੇ ਮੈਂ ਇੱਕਦਮ ਬਾਹਰ ਗਈ ਕਿ ਕਿਤੇ ਮਾਂ ਤੇ ਭਾਬੀ ਚਲੇ ਤਾਂ ਨਹੀਂ ਗਏ। ਪਰ ਭਾਬੀ ਮਾਂ ਦੀ ਉਡੀਕ ਕਰ ਰਹੀ ਸੀ। ਮਾਂ ਪਤਾ ਨਹੀਂ ਕਿਸ ਨਾਲ ਗੱਲ ਕਰਦੀ ਸੀ ਤੇ ਬਾਹਰ ਆ ਕੇ ਭਾਬੀ ਨੂੰ ਕਹਿਣ ਲੱਗੀ, ਹੁਣ ਤੇਰੇ ਜਾਣ ਦੀ ਲੋੜ ਨਹੀਂ ਹੈ, ਤੇ ਆਪ ਕੁਝ ਹੱਥ ਵਿੱਚ ਲੈ ਕੇ ਜਾਣ ਲੱਗੀ। ਮੈਂ ਕਿਹਾ ਕਿ ਮਾਂ ਕਿੱਥੇ ਜਾ ਰਹੀ ਹੈ? ਤਾਂ ਮਾਂ ਮੈਨੂੰ ਗੁੱਸੇ ਨਾਲ ਬੋਲੀ, ਆਪਣੀ ਪੜ੍ਹਾਈ ਕਰ। ਮੈਂ ਆਪਣਾ ਨਾਸ਼ਤਾ ਲੈਣ ਲਈ ਰਸੋਈ ਵਿੱਚ ਗਈ। ਹਾਲੇ ਮੈਂ ਨਾਸ਼ਤਾ ਸ਼ੁਰੂ ਕੀਤਾ ਹੀ ਸੀ ਕਿ ਮਾਂ ਜਲਦੀ ਨਾਲ ਵਾਪਸ ਆਈ ਅਤੇ ਭਾਬੀ ਦੇ ਕਮਰੇ ਵਿੱਚ ਚਲੀ ਗਈ। ਮੈਂ ਵੀ ਪਿੱਛੇ ਜਾ ਕੇ ਦੇਖਣ ਲੱਗੀ। ਮਾਂ ਆਪਣੀ ਚੁੰਨੀ ਦੇ ਲੜ ਨਾਲੋਂ ਤੇਲ ਦੀ ਸ਼ੀਸ਼ੀ ਖੋਲ੍ਹ ਕੇ ਭਾਬੀ ਨੂੰ ਦੇਣ ਲੱਗੀ ਤੇ ਕਿਹਾ ਕਿ ਇਸ ਨੂੰ ਹਰ ਰੋਜ਼ ਆਪਣੇ ਪੇਟ ਉੱਤੇ ਲਾਉਣਾ ਹੈ, ਜਲਦੀ ਹੀ ਮਾਂ ਬਣ ਜਾਏਗੀ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਕਿਉਂਕਿ ਅੱਜ ਦੀ ਮੈਡੀਕਲ ਸਾਇੰਸ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਤੇ ਭਾਬੀ ਨੇ ਵੀ ਮਾਂ ਦੀ ਗੱਲ ਸੁਣ ਕੇ ਤੇਲ ਆਪਣੇ ਪੇਟ 'ਤੇ ਲਾ ਲਿਆ। ਦਰਵਾਜ਼ੇ ਦੀ ਬੈਲ ਵੱਜੀ। ਮੈਂ ਵੇਖਿਆ ਤਾਂ ਮੇਰਾ ਭਰਾ ਸੀ। ਮੈਂ ਉਸਨੂੰ ਮਿਲ ਕੇ ਬਹੁਤ ਖੁਸ਼ ਹੋਈ। ਮਾਂ ਹਰ ਰੋਜ਼ ਭਾਬੀ ਦੇ ਪੇਟ 'ਤੇ ਤੇਲ ਲਾਉਂਦੀ ਤੇ ਇੱਕ ਦਿਨ ਮੇਰੀ ਭਾਬੀ ਨੇ ਮਾਂ ਤੇ ਮੇਰੇ ਭਰਾ ਨੂੰ ਕਿਹਾ ਕਿ ਉਹ ਪ੍ਰੈਗਨੈਂਟ ਹੈ। ਸਾਰੇ ਬਹੁਤ ਖੁਸ਼ ਹੋਏ ਪਰ ਮੈਨੂੰ ਯਕੀਨ ਨਹੀਂ ਸੀ। ਇਸ ਲਈ ਮੈਂ ਭਾਬੀ ਦੇ ਕਮਰੇ ਵਿੱਚੋਂ ਤੇਲ ਲੈ ਕੇ ਆਈ ਅਤੇ ਆਪਣੇ ਪੇਟ 'ਤੇ ਲਾਇਆ। ਇਹ ਕੀ, ਮੈਂ ਵੀ ਉਸ ਤੇਲ ਨਾਲ ਪ੍ਰੈਗਨੈਂਟ ਹੋ ਗਈ। ਅਗਲੇ ਦਿਨ ਮੈਂ ਲੈਬ ਗਈ ਤੇ ਤੇਲ ਦਾ ਟੈਸਟ ਕਰਵਾਇਆ ਕਿ ਇਸ ਵਿੱਚ ਕੀ ਮਿਲਿਆ ਹੈ। ਰਿਪੋਰਟ ਦੇਖ ਕੇ ਮੈਂ ਚੌਂਕ ਗਈ ਕਿਉਂਕਿ ਉਹ ਇੱਕ ਮਾਮੂਲੀ ਸਰੋਂ ਦਾ ਤੇਲ ਸੀ। ਫਿਰ ਮੈਂ ਡਾਕਟਰ ਦੇ ਆਪਣਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਫੂਡ ਪੋਇਜ਼ਨਿੰਗ ਕਰਕੇ ਉਲਟੀ ਆਈ ਹੈ। ਦਵਾਈ ਲੈ ਕੇ ਮੈਂ ਘਰ ਆ ਗਈ। ਮੇਰੇ ਘਰ ਆ ਕੇ ਸਭ ਨੂੰ ਤੇਲ ਦੀ ਸੱਚਾਈ ਦੱਸੀ ਤਾਂ ਸਾਰੇ ਹੈਰਾਨ ਹੋ ਗਏ। ਭਾਬੀ ਕਹਿਣ ਲੱਗੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹ ਬੰਦਾ ਝੂਠਾ ਹੈ। ਮਾਂ ਰੋਣ ਲੱਗੀ, ਮੇਰੇ ਗਹਿਣੇ ਤੇ ਪੈਸੇ ਲੈ ਕੇ ਗਿਆ। ਮੇਰੇ ਭਰਾ ਨੇ ਕਿਹਾ ਕਿ ਮਾਂ ਤੈਨੂੰ ਰੱਬ 'ਤੇ ਭਰੋਸਾ ਰੱਖਣਾ ਚਾਹੀਦਾ ਸੀ। ਜੇਕਰ ਰੱਖਿਆ ਹੁੰਦਾ ਤਾਂ ਅੱਜ ਤੇਰੀ ਦੌਲਤ ਤੇਰੇ ਕੋਲ ਹੁੰਦੀ। ਵੀਰ ਨੇ ਉਸ ਦੇ ਖਿਲਾਫ ਰਿਪੋਰਟ ਕੀਤੀ ਤੇ ਉਹ ਫੜਿਆ ਗਿਆ। ਜੇਕਰ ਇਨਸਾਨ ਸਬਰ ਤੇ ਰੱਬ 'ਤੇ ਭਰੋਸਾ ਰੱਖੇ ਤਾਂ ਸਭ ਮਿਲਦਾ ਹੈ ਕਿਉਂਕਿ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਚੰਗੀ ਲੱਗੀ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।